ਗੱਲ ਇਹ ਵੇ ਕਿ ਹਨੀ ਹੁਣ ਤੇਰਾ ਜਿਹਾ ਥੋੜਾ ਜਿਹਾ ਇਮਤਿਹਾਨ ਲੈਣਾ ਸਰ ਮੇਰੀ ਜਾਨ ਜ਼ਾਹਿਰ ਤੂੰ ਆਪਣੇ ਕੰਮ ਵਿੱਚ ਯਕਤਾ ਹੈ ਸਮਝ ਆਈ ਤੇ ਹੁਣ ਅਸੀਂ ਜੁਗਤਾਂ ਦਾ ਦੇਖਣਾ ਮੁਕਾਬਲਾ ਕਰਨਾ ਹੈ ਮੇਰੀ ਜਾਨ ਠੀਕ ਹੈ ਕਿ ਨਹੀਂ ਜੀ ਅਸਲ ਵਿੱਚ ਤੇ ਮੈਂ ਆਪਣੇ ਆਪ ਨੂੰ ਜ਼ਲੀਲ ਕਰਨਾ ਤੂੰ ਤਾਂ ਜਿੱਤਿਆ ਹੈ ਆਦਮੀ ਸਮਝ ਆਈ ਇਹ ਵੇਖੀ ਹੈ ਨਾ ਆਸਿਮ ਦੀ ਸ਼ਲਵਾਰ ਤੇ ਪਹਿਲਾ ਜੁਮਲਾ ਮੈਂ ਤੈਨੂੰ ਦੇਣਾ ਵਾ ਵੇ ਹਨੀ ਇਹ ਹਲੇ ਤੱਕ ਬਲੋਚੀਆਂ 'ਚ ਫਸਿਆ ਹੈ ਹੁਣ ਤੇ ਸੁਣਿਆ ਫਰਸ਼ੀ ਆ ਗਈ ਹੈ ਬੜਾ ਖੂਬਸੂਰਤ ਸਟਾਈਲ ਹੈ ਡਾਕਟਰ ਸਾਹਿਬ ਤੁਹਾਨੂੰ ਪਤਾ ਹੈ ਹਰ ਸਾਡਾ ਜਿਹੜਾ ਜਿੰਨੇ ਵੀ ਕਲਚਰ ਸਾਡਾ ਕਲਚਰ ਹੈ ਨਾ ਜੀ ਮੁਖਤਲਿਫ ਜਿੰਨੇ ਵੀ ਉਹ ਇੱਕ ਆਪਣੀ ਮਿਸਾਲ ਆਪ ਹੈ ਪੂਰੀ ਦੁਨੀਆ ਦੇ ਵਿੱਚ ਅਲਹਮਦੁਲਿਲਾ ਠੀਕ ਹੈ ਜੀ ਮੈਂ ਜ਼ਰਾ ਥੋੜਾ ਜੁਗਤ ਨੂੰ ਜ਼ਰਾ ਖੁੱਲਾ ਕਰ ਇਹ ਜੁਗਤ ਤੇ ਨਾ ਹੋ ਗਿਆ ਇਹ ਤੇ ਪੂਰਾ ਮਜ਼ਮੂਨ ਹੋ ਗਿਆ ਅੱਛਾ ਮੈਂ ਤੈਨੂੰ ਖੋਰ ਕਿਉਂ ਦੇਣਾ ਵਾ ਠੀਕ ਹੈ ਉਹ ਭਾਵੇਂ ਸਾਨੂੰ ਇਸ ਤਮਾਸੀਲ ਹੀ ਸਮਝ ਇਹਨੂੰ ਸਮਝ ਆਈ ਮੇਰੀ ਗੱਲ ਦੀ ਬਲਕਿ ਤਮਾਸੀਲ ਥੀਏਟਰ ਨਾ ਸਮਝ ਤੂੰ ਇਹ ਸਮਝ ਕੇ ਕੈਸ਼ਰ ਸਨਾਵਲਾ ਦਾ ਦਫ਼ਤਰ ਹੈ ਉਹਦੇ ਪਿੱਛੇ ਵੇ ਸਮਝ ਆਈ ਮੇਰੀ ਗੱਲ ਦੀ ਤੇ ਉੱਥੇ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਠੀਕ ਹੈ ਕਿਉਂਕਿ ਮੇਰਾ ਟਾਈਮ ਨਾ ਜੀ ਮੈਂ ਅੱਲਾਹ ਪਾਕ ਕਰੇ ਰਹਿਮਤ ਕਰੇ ਮਹਿਦੀ ਹਸਨ ਖਾਨ ਸਾਹਿਬ ਨੂੰ ਜੀ ਮੈਂ ਉਹ ਨਾ ਕਿਉਂਕਿ ਅੱਬੂ ਦੇ ਨਾਲ ਉਹਨਾਂ ਦਾ ਬੜਾ ਪਿਆਰ ਸੀ ਬਹੁਤ ਜ਼ਿਆਦਾ ਤੇ ਮੇਰੀ ਖੁਸ਼ਕਿਸਮਤੀ ਹੈ ਕਿ ਲਾਸਟ ਟਾਈਮ ਨਾ ਜੀ ਖਾਨ ਸਾਹਿਬ ਵੀਲ ਚੇਅਰ ਤੇ ਸਨ ਅਲਹਮਰਾ ਆਰਟਸ ਕਾਉਂਸਲ ਦੇ ਵਿੱਚ ਤੇ ਮੈਂ ਉਹਨਾਂ ਦਾ ਗਾਇਆ ਹੋਇਆ ਗਾਣਾ ਪਰਫਾਰਮ ਵੀ ਕਰ ਰਿਹਾ ਸਾਂ ਤੇ ਉਸ ਪ੍ਰੋਗਰਾਮ ਦਾ ਹੋਸਟ ਵੀ ਸਾਂ ਬੇਸ਼ੱਕ ਠੀਕ ਹੈ ਜੀ ਉਹਨੂੰ ਹੋਸਟ ਵੀ ਕਰ ਰਿਹਾ ਸਾਂ ਆਪਣਾ ਰੰਗੀਲਾ ਸਾਹਿਬ ਦੀ ਬਰਸੀ ਦੇ ਉੱਤੇ ਤੇ ਉਹ ਮੈਨੂੰ ਯਾਨੀ ਕਿ ਮੈਂ ਮਿਲਿਆ ਜਾ ਕੇ ਖਾਨ ਸਾਹਿਬ ਨੂੰ ਮੈਂ ਉਹਨਾਂ ਦਾ ਹੱਥ ਚੁੰਮਿਆ ਤੇ ਉਹ ਮੇਰੀ ਇੱਕ ਅਜੀਬ ਜੀ ਫੀਲਿੰਗ ਪੂਰੇ ਸ਼ੋਅ ਦੇ ਵਿੱਚ ਹੋਈ ਜਿਵੇਂ ਕਿ ਮੈਂ ਕਿ ਬੰਦਾ ਵਿਨਰ ਨਹੀਂ ਹੁੰਦਾ ਵਾਹ ਕੋਈ ਜਿੱਡੀ ਵੱਡੀ ਸ਼ਖਸੀਅਤ ਬਿਲਕੁਲ ਤੇ ਉਹ ਅਸੀਂ ਇੱਕ ਐਕਟ ਕਰਨੇ ਹੁੰਦੇ ਆ ਸ਼ਾਇਦ ਤੁਹਾਨੂੰ ਪਤਾ ਹੋਵੇ ਥੋੜਾ ਬਹੁਤ ਉਹਨਾਂ ਦਾ ਇੱਕ ਉਹਨਾਂ ਦੇ ਉਹ ਸ਼ਾਗਿਰਦ ਨੇ ਜਿਹੜੇ ਖਾਨ ਸਾਹਿਬ ਨੂੰ ਕਦੇ ਮਿਲੇ ਹੀ ਨਹੀਂ ਅੱਛਾ ਸ਼ਾਇਦ ਕਦੀ ਮੈਨੂੰ ਪਤਾ ਹੋਵੇ ਸ਼ਾਇਦ ਤੁਸੀਂ ਜਾਣਦੇ ਹੋਵੋ ਸਿਰਫ ਉਹ ਦੋ ਨਹੀਂ ਬੈਠੇ ਨਾਲ ਪਠਾਨੇ ਖਾਨ ਦਾ ਵੀ ਸ਼ਾਗਿਰਦ ਬੈਠਾ ਹੈ ਜੀ 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 ਅੱਛਾ ਅਸਰ ਰੰਗੀਲਾ ਤੇ ਨਹੀਂ ਉਹਦੇ ਚ ਜੀ ਉਹੀ ਉਹਦੇ ਚ ਹਨੀ ਅਲ ਬਿਲਾ ਤੇ ਨਹੀਂ ਹਾਂ ਜੀ ਉਹੀ ਬਿਲਕੁਲ यार बबू राणा भी होते से तो उनका यार एडी मासूम चीज तो मैंने पता है कुर्बान जा उनका जो एक स्टाइल है तो है वो जिंदगी में वाह अभी आप तो क्या क्या खूबसूरत आपका वो जो है वो क्या है आप नायाब लोग हैं डॉक्टर साहब आपको अल्लाह पाक खुश रखे जिंदगी में मैं चाहूँगा कि वो मेरा गाया हुआ वो जो है जो सॉन्ग है उस पर आप अगर लाशा कुर्ता पहन के परफॉर्म करें लाशा कुर्ता कमाल सर मैं कहता हूँ कि जो किरदार आपने किया है सर जो किरदार किया है जान तो पहले इस बच्ची की आज स्क्रीन डेब्यू है अच्छा ये इंशाल्लाह ताला स्पोर्ट्स जर्नलिज्म में आ रही है माशाल्लाह इन द डिजिटल मीडिया जबरदस्त रदा वी वेलकम यू विद ऑल आवर हार्ट मैं इसलिए खामोश था और आपकी तरफ मुखातब नहीं था कि इन लोगों की उम्रें गुजर गई हैं इस काम में दिस इज हाउ ब्राइट यू हैव टू बी दिस इज हाउ गुड लिसनर यू गोइंग टू बी एंड एज सून एज यू लिसन समथिंग यू नीड टू वर्क योर माइंड रियली क्विक ताकि तुम उसका जवाब दे सको हजूर वाला इससे पहले कि आज हम इख्तिताम करें जनाब जो मेरा फेवरेट किरदार है जो हज़ारों ऐसे किरदार इसके अंदर अल्लाह ने रखे हैं इसके जहन में हैं आज दो जुमले ओदे वालों यानी कि रोज़े अच पिंकी दा की हाल है आए की दसा साहब पिंकी ने तो खाना ही खराब है जिंदगी तबाह हो गई क्यों पिंकी ते और की होना है देखो ना केड़ा महीना चल रहा है ते पिंकी तेरी बाजी बड़ी दगाबाज निकली छड़ छड़ा के तानू किते होर बह गई है दफा करा से हाँ वाकई मंजी ते बह के मंजी बात थी सुका कसम नाल यही गल है हाय मगर असल खराब पला केड़ी हुई है वो तेरी जे छोटी भैन शोखी सी बहुती और ਜਿਹੜੀ ਤੀਲੇ ਦੇ ਮੋਬਾਈਲ ਸੀ ਨਹੀਂ ਵੇ ਜਿਹੜੀ ਲੰਮੀ ਜਿਹੀ ਸੀ ਤੇ ਡੋਰੇ ਪਾਉਂਦੀ ਸੀ ਐਂਕਰ ਨੂੰ ਐਸੀ ਤੇ ਆਪਣੇ ਕੰਮ ਕਰਦੇ ਖੁਦਾ ਦੀ ਕਸਮ ਹੁਣ ਜਿਹੜੇ ਐਂਕਰ ਨਾਲ ਜਾ ਕੇ ਬੈਠੀ ਉੱਥੇ ਭਾਵੇਂ ਡੋਰਾ ਪਾਵੇ ਭਾਵੇਂ ਪਿੰਨੀ ਪਾਵੇ ਭਾਵੇਂ ਜੋ ਮਰਜ਼ੀ ਚੀਜ਼ ਪਾਵੇ ਉਹਨੂੰ ਫੜਨ ਦਾ ਕੋਈ ਫਾਇਦਾ ਨਹੀਂ ਸਮਝ ਗਈ ਹੈ ਨਾ ਡਾਕਟਰ ਸਾਹਿਬ ਮੈਂ ਕਹਿੰਦਾ ਛੱਡੋ ਇਹਨਾਂ ਹੋਸਟਿੰਗ ਚ ਕੀ ਪਿਆ ਜੇ ਆਓ ਸੇ ਆਪਣਾ ਗਰੁੱਪ ਕਿ ਸਾਡੇ ਚ ਕੋਈ ਐਜੂਕੇਟਡ ਲੋਕ ਅਸੀਂ ਤੇ मैं तो यकीन करो काम छाड़ के ना तो बस तलीमा लाना चाह रही अच्छा आसिम मेरी जान होता पता क्या था इनके जिस प्रोग्राम में ये होता था इतना उम्दा कर रहे होते थे लोग क़यामत दैट वाज वो शो की जान था एक कोई होस्ट मुसीबत ही होंगी सी पढ़ने पा दो फिर मैंने एक दिन कहा मैं क्या जो बाकी सारे पढ़ लिख गए ने उन्होंने की बन गया जो इन्होंने भी पढ़ने पा दो बाकी
خواتین حضرات اور میرے خیال میں بشرا ہم بالکل آخر پر جا رہے ہیں تو میرا خیال ہے کہ اس وقت کا بہترین استعمال یہ ہے کہ آپ کوئی اچھی سی فرمائش کریں. جی سر اس سے پہلے اگر آپ کی اجازت ہو میں ایک شارٹ سا کویشچن کرنا چاہوں گی. ردا سے ردا یہ بتائیے بینگ اے اسپورٹس جرنلسٹ آپ RNN کا حصہ بنی ہے, کنگریچولیشن فار دیٹ. اگر آپ سے میں نے آپ کی اوپینین لینی ہو, فار ایگزامپل اگر آپ نے چیمپئنس ٹرافی کے لیے سلیکٹ کرنی ہوتی PSL ٹیم تو آپ کس کو رکھتی؟ پہلے 4 کوئی اپنے فیوریٹ 3 پلیئرس بتا دیں اکارڈنگ ٹو پرفارمنسز, فیوریزم نہیں, جو آپ کو لگتا ہے کہ واقعی ڈیزرو کرتے ہیں. کرنٹ پرفارمنسز ہماری فاسٹ بولنگ فیمس ہے ہر اینگل سے. تو کون سے کرکٹرز ہوتے ہیں ٹیم میں؟ نسیم شاہ ہمارا جو فاسٹ بولر ہے, شاہین افریدی, اور بیٹسمین میں مجھے فخر زمان اینڈ سائم ایوب بہت پسند ہے. چلے بہت بہت شکریہ. بیٹا ایک سوال میں چھوٹا سا جی کس کو ریٹائر ہو جانا چاہیے؟ سب کو میرا خیال ینگسٹرس کو لانا چاہیے ڈومیسٹک لیول کے جن کا ایکسپیرینس 3 سے 4 سال تک کا ہے. اچھا میرے دل میں جواب پتہ کیا تھا, کھلاڑیاں تو رہن دیو, PCB ਦੇ ਚੇਅਰਮੈਨ ਨੂੰ ਕਰਦੇ ਵੇ ਫਸਾਦ ਦੀ ਹੁੰਦੀ ਹੈ ਇੱਕ ਜੜ, ਉਹਨੂੰ ਪੁੱਟ ਛੜੋ ਨਾ ਤੇ ਫਿਰ ਉੱਤੇ ਫੁੱਲ ਚੰਗੇ ਹੀ ਆਣਗੇ. ਬਟ ਬਾਹਰ تو جی سناؤ. میری ریکویسٹ ہے سحر سے کہ سحر رمضان فیضان کی اس پیاری سی محفل کا اختتام کرنے لگے, ہم سیشن کو ہم ریپ کرنے لگے, لیکن آپ کی اچھی سی پیاری سی آواز میں کلام سے پہلے ایک دفعہ ہم یہ کر دیتے ہیں کہ ہمارے جو مہمان آئے ہیں یکتا و نایاب لوگ ہیں. جی بالکل. میرے پاس الفاظ نہیں ہیں شکریہ ادا کرنے کے لیے. میں اس قدر خوش ہوں آج کہ عاصم تشریف لائے ہیں, میرے بہت ہی پیارے دوست ہیں. سحر ہماری بچیوں کی طرح, خدا تعالیٰ اور کامیابیاں دے. ہنی جب بھی آتا ہے مجھے ایسا لگتا ہے جیسے میرا بھائی آ چکا ہے. اور ان کی سب سے بڑی بات سر یہ ہے, میں اس کے قابل نہیں ہوں سر جی, نہ جانے کیوں یہ میرے سامنے آ کے یہ دنیا کو نچا کے رکھتے ہیں, ہلکا سا میرے ساتھ لحاظ کر جاتے ہیں. اور سر یہ میں ان کا خیال ہے کہ شاید مجھے اندازہ نہیں ہے, میں ان کا احسان مند ہوں اور میں ان سے اتنی لبرٹی لیتا ہوں. حالانکہ آپ نے کافی اکسایا ہے سر جی, سر جی ان کی جگت کا نشانہ وہ بنتے ہیں جو واقعی اس قابل ہوتے ہیں کہ ان کے لبوں پہ ان کا نام یا کوئی اور چیز آئے. سر جس طرح ایک بہت بڑا کارٹونسٹ ہے نا, وہ اگر آپ کا کارٹون بنائے تو اپنے آپ کو خوش قسمت سمجھے کہ اس نے اس قابل مجھے سمجھا. اسی طرح ان کا ہدف بنا گیا تھا. اور بیٹا جی یہ ساری باتیں جو ہیں تمہیں یاد رہے گا ساری زندگی کہ پہلی بار جب میں آئی تھی تو وہاں پہ رمضان فیضان ٹرانسمیشن چل رہی تھی. اور یہ جو بڑے عمر کے صاحب نہیں, ان کے بال اب سفید ہو گئے ہیں, یہ بات تقریباً تمہیں 40 سال بات کرنی تب تک شاید ہو ہی جان. یہ سب اس زمانے میں ہوسٹ ہوا کرتے تھے, تب بھی ان کی عمر بہت زیادہ تھی مگر نہ جانے کیوں ان کو ہوسٹ دے لیا جاتا تھا. تو یاد رکھنا یہ دن تمہیں یاد رہے گا ہمیشہ. دا فرسٹ اپیرنس از آلویز سم تھنگ ٹو ریمبر. تھینک یو آل. قسم سے میں جس دل سے آپ کا شکریہ ادا کرتا ہوں. اور ہنی کا معاملہ یہ ہے کہ آج دوسری دفعہ تشریف لائیں. ایک بار نہ کدھر جاوے کہ آپ نے دوسری دفعہ بھی اپنا قیمتی وقت نکالا رمضان فیضان کے لیے, اور ہم آپ کو دوبارہ بلائیں گے. آپ لو ہیں, بات یہی پہ ختم نہیں ہوتی. میں ہمیشہ آپ کے سامنے کی بات نہیں, آپ کے سامنے کی تعریف بھی نہیں ہے. کچھ چیزیں ایکسکلوزیو ہوتی ہیں محبتوں کے حوالے سے, تو آپ کی غیر موجودگی میں بھی آپ کی محبت کا جو ایک اثر ہے وہ رہتا ہے. سر جی آپ کی غیر موجودگی میں آپ کا پیچھا سنتا ہے. میں دنیا میں کہاں نہیں مجھے بلایا جاتا, وی لاگز ہو رہے ہیں, پوڈ کاسٹ ہو رہے ہیں, ہر جگہ